ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਖਾਸ ਜਾਣਕਾਰੀ ਤਹਿਤ ਆਓ ਆਪਾਂ ਕੁਝ ਕੁ ਸਮੇਂ ਦੀ ਵਿਚਾਰ ਕਰਦੇ ਹਾਂ। ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਵੀ ਰਚਨਾ ਹੋਈ, ਜਿਸ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਨੂੰ ਲਿਖਿਆ ਗਿਆ, ਸੋ ਇਹ ਸਾਰੀ ਵਿਚਾਰ ਆਪਾਂ ਪਿਛਲੇ ਭਾਗਾਂ ਦੇ ਵਿੱਚ ਕਰ ਚੁੱਕੇ ਹਾਂ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਰਚਨਾ ਕਿਸ ਤਰ੍ਹਾਂ ਹੈ, ਆਓ ਇਸ ਦੇ ਉੱਤੇ ਆਪਾਂ ਥੋੜ੍ਹੇ ਕੁ ਸਮੇਂ ਦੀ ਵਿਚਾਰ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਇੱਕ ਓੰਕਾਰ ਤੋਂ ਆਰੰਭ ਹੁੰਦੀ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੋਂ ਤੱਕ ਮੂਲ ਮੰਤਰ ਜੋ ਹਰ ਇੱਕ ਰਾਗ ਦੇ ਵਿੱਚ ਆਇਆ ਹੈ ਅਤੇ ਇੱਥੋਂ ਤੱਕ ਮੂਲ ਮੰਤਰ ਜੋ ਹੈ ਪੰਥਕ ਤੌਰ 'ਤੇ ਮੰਨਿਆ ਜਾਂਦਾ ਹੈ। ਇਸ ਤੋਂ ਅੱਗੇ ਜਪ ਬਾਣੀ ਹੈ। ਜਪ ਬਾਣੀ ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਹਾਂ, ਅਤੇ ਇਹ ਜਪ ਜੀ ਸਾਹਿਬ ਇੱਕ ਓੰਕਾਰ ਤੋਂ ਲੈ ਕੇ ਫਿਰ ਅੱਗੇ ਮੂਲ ਮੰਤਰ ਤੋਂ ਅੱਗੇ ਜੋ ਜਪ ਜੀ ਸਾਹਿਬ ਦੀਆਂ ਪੌੜੀਆਂ ਚੱਲਦੀਆਂ ਹਨ, 38 ਪੌੜੀਆਂ ਜਪਜੀ ਸਾਹਿਬ ਅਤੇ 38 ਪੌੜੀਆਂ ਤੋਂ ਬਾਅਦ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਥੋਂ ਤੱਕ ਜਪ ਜੀ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ। ਜਪ ਜੀ ਸਾਹਿਬ ਤੋਂ ਅੱਗੇ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬਾਣੀ ਆਰੰਭ ਹੁੰਦੀ ਹੈ ਜੋ ਆਪਾਂ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦੇ ਵਿੱਚ 9 ਸ਼ਬਦ ਗੁਰਬਾਣੀ ਦੇ ਪੜ੍ਹੇ ਜਾਂਦੇ ਹਨ, ਜੋ ਕਿ ਪਹਿਲੇ ਵਿਸ਼ਰਾਮ ਦੇ 5 ਸ਼ਬਦ ਹਨ। ਪਹਿਲਾ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ। ਦੂਸਰਾ ਸ਼ਬਦ ਆਸਾ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਤੀਸਰਾ ਸ਼ਬਦ ਆਸਾ ਮਹੱਲਾ ਪਹਿਲਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ। ਅਤੇ ਚੌਥਾ ਸ਼ਬਦ ਰਾਗ ਗੂਜਰੀ ਮਹੱਲਾ ਚੌਥਾ, ਗੂਜਰੀ ਰਾਗ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਅਤੇ ਪੰਜਵਾਂ ਸ਼ਬਦ ਰਾਗ ਗੂਜਰੀ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਹੈ। ਸੋ ਪੰਚਮ ਪਾਤਸ਼ਾਹ ਜੀ ਦੇ ਇਸ ਸ਼ਬਦ ਦੇ ਨਾਲ ਪਹਿਲਾ ਵਿਸ਼ਰਾਮ ਇੱਥੋਂ ਤੱਕ ਪੂਰਨ ਹੁੰਦਾ ਹੈ। ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਜੋ ਦੂਸਰਾ ਵਿਸ਼ਰਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 10 ਅੰਗ ਤੋਂ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਥੋਂ ਦੂਜਾ ਵਿਸ਼ਰਾਮ ਆਰੰਭ ਹੁੰਦਾ ਹੈ। ਸੋ ਉਸ ਤੋਂ ਉਪਰੰਤ ਅਗਲਾ ਸ਼ਬਦ ਜਿਹੜਾ ਹੈ ਆਸਾ ਮਹੱਲਾ ਚੌਥਾ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਅਤੇ ਉਸ ਤੋਂ ਉਪਰੰਤ ਆਸਾ ਮਹੱਲਾ ਪਹਿਲਾ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਅਤੇ ਉਸ ਤੋਂ ਉਪਰੰਤ ਆਸਾ ਮਹੱਲਾ ਪੰਜਵਾ ਜੋ ਸ਼ਬਦ ਲਾਸਟ ਸ਼ਬਦ ਹੈ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ, ਜਿਸ ਦੇ ਵਿੱਚ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ, ਇੱਥੇ ਆ ਕੇ ਇਹ ਵਿਸ਼ਰਾਮ ਸੰਪੂਰਨ ਹੋ ਜਾਂਦਾ ਹੈ। ਜੋ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ 9 ਸ਼ਬਦ ਪੜ੍ਹੇ ਜਾਂਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ 'ਤੇ ਆ ਕੇ ਇਹ 9 ਸ਼ਬਦ ਜਿਹੜੇ ਹਨ ਇਹ ਸੰਪੂਰਨ ਹੋ ਜਾਂਦੇ ਹਨ। 12 ਅੰਗ ਤੋਂ ਫਿਰ ਅਗਲਾ ਵਿਸ਼ਰਾਮ ਜਿਹੜਾ ਆਰੰਭ ਹੁੰਦਾ ਹੈ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਸ ਨੂੰ ਸੋਹਿਲਾ ਸਾਹਿਬ ਦੀ ਬਾਣੀ ਕਹਿੰਦੇ ਹਨ, ਜੋ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਰਾਤ ਨੂੰ ਸੌਣ ਵੇਲੇ ਪੜ੍ਹਨ ਵਾਲੀ ਬਾਣੀ ਹੈ। ਅਤੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਵੇਲੇ ਸੁਖ ਆਸਣ ਹੁੰਦਾ ਹੈ ਉਸ ਵੇਲੇ ਇਹ ਪਵਿੱਤਰ ਗੁਰਬਾਣੀ ਨੂੰ ਪੜ੍ਹਿਆ ਜਾਂਦਾ ਹੈ। ਸੋ ਇਸ ਬਾਣੀ ਦਾ ਇਸ ਵਿਸ਼ਰਾਮ ਦਾ ਜੋ ਪਹਿਲਾ ਸ਼ਬਦ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਦੂਸਰਾ ਸ਼ਬਦ ਰਾਗ ਆਸਾ ਮਹੱਲਾ ਪਹਿਲਾ, ਇਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ। ਅਤੇ ਤੀਸਰਾ ਸ਼ਬਦ
ਰਾਗ ਧਨਾਸਰੀ ਮਹੱਲਾ ਪਹਿਲਾ, ਇਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ। ਅਤੇ ਚੌਥਾ ਸ਼ਬਦ ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਅਤੇ ਸੋਹਿਲਾ ਬਾਣੀ ਦਾ ਜੋ ਅਖੀਰਲਾ ਸ਼ਬਦ ਹੈ ਉਹ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਜਿਸ 'ਤੇ ਆਪਾਂ ਅਖੀਰ ਵਿੱਚ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਸੋ ਇਹ 13 ਅੰਗ ਤੱਕ, ਜਿਸ ਨੂੰ ਆਪਾਂ ਨਿਤਨੇਮ ਦੀ ਬਾਣੀ ਕਹਿੰਦੇ ਹਾਂ, ਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇੱਥੋਂ ਤੱਕ ਜਿਹੜੇ ਹੈ ਇਹ ਵਿਸ਼ਰਾਮ ਸੰਪੂਰਨ ਹੋ ਜਾਂਦੇ ਹਨ, ਜਿਸ ਨੂੰ ਨਿਤਨੇਮ ਦੀ ਬਾਣੀ ਕਿਹਾ ਜਾਂਦਾ ਹੈ। 13 ਅੰਗ ਤੱਕ ਇਹ ਗੁਰਬਾਣੀ ਸੰਪੂਰਨ ਹੋ ਜਾਂਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਫਿਰ 14 ਅੰਗ ਤੋਂ ਰਾਗਾਂ ਦੇ ਵਿੱਚ ਬਾਣੀ ਆਰੰਭ ਹੁੰਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲਾ ਘਰ ਪਹਿਲਾ, ਇੱਥੋਂ ਲੈ ਕੇ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 14 ਅੰਗ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 26 ਅੰਗ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਬਚਨ ਹਨ। ਸ੍ਰੀ ਰਾਗ ਦੇ 26 ਅੰਗ 'ਤੇ ਜਾ ਕੇ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗਹਿ ਵੈਸਣ ਪਾਈਏ, ਕਹੋ ਨਾਨਕ ਬਾਹਾਂ ਲੁਡਾਈਏ। ਇੱਥੇ ਜਾ ਕੇ ਇਹਨਾਂ ਵਿਸ਼ਰਾਮਾਂ ਦੀ ਸਮਾਪਤੀ ਹੁੰਦੀ ਹੈ। ਸੋ ਇਸ ਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 16 ਅੰਗ 'ਤੇ ਸ੍ਰੀ ਰਾਗ ਮਹੱਲਾ ਪਹਿਲਾ ਨਹੀਂ ਹੈ, ਇੱਕ ਸ਼ਬਦ ਹੈ ਸ੍ਰੀ ਰਾਗ ਮਹੱਲ ਪਹਿਲਾ। ਅਰਥ ਇਸ ਦਾ ਉਹੋ ਹੀ ਬਣਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ, ਪਰ ਅੱਖਰੀ ਪਾਠ ਜਿਹੜਾ ਹੈ ਇਹ ਹੈ ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਇਹ ਸ਼ਬਦ ਜਿਹੜਾ ਹੈ ਸ੍ਰੀ ਰਾਗ ਮਹੱਲ ਪਹਿਲਾ ਹੈ। ਜਿਹੜੇ ਵੀਰ ਪਾਠ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ, ਜਦੋਂ ਤੁਸੀਂ ਪੜ੍ਹਨ ਲੱਗੋਗੇ ਸ੍ਰੀ ਰਾਗ ਦੇ ਵਿੱਚ ਧਿਆਨ ਨਾਲ ਪੜ੍ਹਨਾ। 16 ਅੰਗ 'ਤੇ ਮਹੱਲ ਪਹਿਲਾ ਸ਼ਬਦ ਹੈ। ਉਸ ਤੋਂ ਬਾਅਦ 18 ਅੰਗ 'ਤੇ ਫਿਰ ਇੱਕ ਹੋਰ ਸ਼ਬਦ ਆਉਂਦਾ ਹੈ, ਜਿਸ ਦੇ ਵਿੱਚ ਹੈ ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਈ, ਇਹ ਸ਼ਬਦ ਵੀ ਮਹੱਲ ਪਹਿਲਾ ਪਾਠ ਹੈ। ਅਤੇ ਉਸ ਤੋਂ ਬਾਅਦ ਸ੍ਰੀ ਰਾਗ ਦੇ ਵਿੱਚ 19 ਅੰਗ 'ਤੇ ਸ੍ਰੀ ਰਾਗ ਮਹੱਲ ਪਹਿਲਾ ਇੱਕ ਹੋਰ ਸ਼ਬਦ ਹੈ, ਜੋ ਸ਼ਬਦ ਹੈ ਸ੍ਰੀ ਰਾਗ ਮਹੱਲ ਪਹਿਲਾ। ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ, ਇਹ ਸ਼ਬਦ ਵੀ ਮਹੱਲ ਪਹਿਲਾ ਪਾਠ ਹੈ। ਸੋ ਜਿਹੜੇ ਵੀਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਠ ਸਹਿਜ ਪਾਠ ਆਰੰਭ ਕਰਦੇ ਹਨ, ਉਹਨਾਂ ਨੂੰ ਬੇਨਤੀ ਹੈ ਜਿਸ ਵੇਲੇ ਤੁਸੀਂ ਗੁਰਬਾਣੀ ਆਰੰਭ ਕਰੋਗੇ ਸ੍ਰੀ ਰਾਗ ਦੀ, ਉਸ ਵੇਲੇ ਧਿਆਨ ਨਾਲ ਪੜ੍ਹਨ ਦੀ ਜ਼ਰੂਰਤ ਹੈ, ਕਿਉਂਕਿ ਇਸ ਦੇ ਵਿੱਚ 3 ਸ਼ਬਦ ਉਹ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਸ੍ਰੀ ਰਾਗ ਮਹੱਲ ਪਹਿਲਾ ਪਾਠ ਹੈ। ਅਤੇ ਬਹੁਤ ਸਾਰੇ ਵੀਰ ਇਸ ਨੂੰ ਵੀ ਮਹੱਲਾ ਪਹਿਲਾ ਹੀ ਪੜ੍ਹ ਜਾਂਦੇ ਹਨ। ਸੋ ਇਹ 33 ਸ਼ਬਦ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ੍ਰੀ ਰਾਗ ਦੇ 14 ਅੰਗ ਤੋਂ ਲੈ ਕੇ 26 ਤੱਕ ਸੰਪੂਰਨ ਹੁੰਦੇ ਹਨ। ਹਾਂਜੀ, ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਅਗਲੀ ਵੀਡੀਓ ਦੇ ਵਿੱਚ ਅਗਲੀ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ